ਅੱਜ ਗੁਰਦੇਵ ਪਿਤਾ ਜੀ ਨੇ ਜੋ ਪਾਵਨ ਹੁਕਮਨਾਮਾ ਬਖਸ਼ਿਸ਼ ਕੀਤਾ ਹੈ, ਇਹ ਪਾਵਨ ਸ਼ਬਦ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਪਾਤਸ਼ਾਹ ਜੀ ਦਾ ਉਚਾਰਨ ਕੀਤਾ ਹੋਇਆ ਸੋਰਠ ਰਾਗ ਅੰਦਰ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਗ 609 ਤੇ ਅੰਕਿਤ ਹੈ। ਇਸ ਪਾਵਨ ਸ਼ਬਦ ਰਾਹੀਂ ਗੁਰਦੇਵ ਪਿਤਾ ਜੀ ਨੇ ਸਾਨੂੰ ਐਸੇ ਜੀਵਨ ਦੀ ਜੁਗਤ ਸਮਝਾਈ ਹੈ ਜਿਸ ਜੀਵਨ ਢੰਗ ਨੂੰ ਅਪਣਾ ਕੇ ਮਨੁੱਖ ਦੀ ਜ਼ਿੰਦਗੀ ਦੇ ਅੰਦਰ ਖੁਸ਼ੀਆਂ, ਖੇੜੇ, ਆਨੰਦ ਔਰ ਪ੍ਰਸੰਨਤਾ ਬਣੀ ਰਹਿੰਦੀ ਹੈ। ਜਿਸ ਜੀਵਨ ਰਾਸਤੇ ਨੂੰ ਅਪਣਾ ਕੇ ਮਨੁੱਖ ਆਪਣੇ ਜੀਵਨ ਮਨੋਰਥ ਨੂੰ ਹਾਸਲ ਕਰ ਲੈਂਦਾ ਹੈ ਔਰ ਜੀਵਨ ਦੀ ਜੋ ਇਸ ਦੀ ਅਸਲ ਮੰਜ਼ਿਲ ਹੈ ਉਸ ਤੱਕ ਇਹ ਪਹੁੰਚ ਜਾਂਦਾ ਹੈ। ਇਹਦੇ ਸਾਰੇ ਕਾਰਜ ਰਾਸ ਹੁੰਦੇ ਨੇ, ਭਾਵ ਕਿ ਸਾਰੇ ਕਾਰਜਾਂ ਦੇ ਅੰਦਰੋਂ ਸੁੱਖ ਪੈਦਾ ਹੁੰਦਾ ਹੈ। ਆਓ ਬੜੇ ਪਿਆਰ ਨਾਲ ਵਿਚਾਰ ਕਰਨ ਦਾ ਯਤਨ ਕਰੀਏ। ਗੁਰ ਪੂਰਾ ਭੇਟਿਓ ਵਡਭਾਗੀ, ਮਨਹਿ ਭਇਆ ਪਰਗਾਸਾ। ਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਖੁਸ਼ਕਿਸਮਤੀ ਹੈ ਉਹਨਾਂ ਦੀ ਜਿਨ੍ਹਾਂ ਨੂੰ ਪੂਰੇ ਗੁਰੂ ਦਾ ਮਿਲਾਪ ਹੋਇਆ ਹੈ, ਕਿਉਂਕਿ ਪੂਰੇ ਗੁਰੂ ਦੇ ਮਿਲਾਪ ਦੇ ਨਾਲ ਮਨ ਅੰਦਰ, ਬੁੱਧ ਅੰਦਰ ਗਿਆਨ ਦਾ ਪ੍ਰਕਾਸ਼ ਹੁੰਦਾ ਹੈ। ਮਨੁੱਖ ਦੇ ਜੀਵਨ ਅੰਦਰ ਗਿਆਨ ਦਾ ਚਾਨਣਾ ਹੁੰਦਾ ਹੈ, ਭਾਵ ਕਿ ਇਸ ਨੂੰ ਗਿਆਨ ਦੀ ਦਾਤ ਮਿਲਦੀ ਹੈ। ਜਦੋਂ ਮਨੁੱਖੀ ਮਨ ਅੰਦਰ ਗੁਰੂ ਗਿਆਨ ਦਾ ਦੀਵਾ ਜਗਦਾ ਹੈ ਨਾ, ਉਦੋਂ ਇਸ ਦੇ ਅੰਦਰੋਂ ਅਗਿਆਨਤਾ ਦਾ ਹਨੇਰਾ ਮਿਟਦਾ ਹੈ। ਗਿਆਨ ਦੇ ਚਾਨਣੇ ਕਰਕੇ ਇਸ ਦੇ ਅੰਦਰੋਂ ਤ੍ਰਿਸ਼ਨਾ ਆਦਿਕ ਦੀ ਅੱਗ ਬੁਝਦੀ ਹੈ। ਮੇਰ ਤੇਰ ਦੇ ਵਿਤਕਰੇ ਖਤਮ ਹੁੰਦੇ ਹਨ ਔਰ ਸਵਾਰਥ ਖਤਮ ਹੋ ਜਾਂਦਾ ਹੈ। ਜ਼ਿੰਦਗੀ ਅੰਦਰੋਂ ਵਿਕਾਰ ਮੁੱਕਦੇ ਨੇ, ਸ਼ੁਭ ਗੁਣ ਅੰਦਰ ਪ੍ਰਵੇਸ਼ ਕਰਦੇ ਨੇ। ਇਸ ਤਰ੍ਹਾਂ ਇਹਦਾ ਜੀਵਨ ਸੁਖਾਲਾ ਹੋ ਜਾਂਦਾ ਹੈ। ਤਾਂ ਜੀਵਨ ਨੂੰ ਸੁਖਾਲਾ ਕਰਨ ਵਾਸਤੇ ਸਭ ਤੋਂ ਪਹਿਲਾ ਜੋ ਨੁਕਤਾ ਹੈ ਉਹ ਇਹ ਹੈ ਕਿ ਅਸੀਂ ਗੁਰੂ ਦੇ ਦੱਸੇ ਰਾਹ 'ਤੇ ਤੁਰਨਾ ਹੈ। ਗੁਰੂ ਗਿਆਨ ਦੀ ਅਗਵਾਈ ਦੇ ਅੰਦਰ ਜ਼ਿੰਦਗੀ ਜੀਣੀ ਹੈ। ਕੋਈ ਨਾ ਪਹੁੰਚਣ ਹਾਰਾ ਦੂਜਾ, ਆਪਣੇ ਸਾਹਿਬ ਕਾ ਪਰਵਾਸਾ। ਪਰਵਾਸਾ ਦਾ ਮਤਲਬ ਸਹਾਰਾ। ਮੈਨੂੰ ਮੇਰੇ ਸਾਹਿਬ, ਮੇਰੇ ਮਾਲਕ ਦਾ ਸਹਾਰਾ ਹੈ, ਆਸਰਾ ਹੈ ਔਰ ਮੈਨੂੰ ਵਿਸ਼ਵਾਸ ਹੈ ਕਿ ਕੋਈ ਵੀ ਮੇਰੇ ਮਾਲਕ ਪ੍ਰਭੂ ਦੀ ਬਰਾਬਰੀ ਕਰਨ ਵਾਲਾ ਨਹੀਂ ਹੈ। ਉਸ ਜਿੱਡਾ ਮਹਾਨ ਹੋਰ ਕੋਈ ਨਹੀਂ ਹੈ। ਵੱਡਾ ਹੈ ਸਾਹਿਬ, ਉੱਚਾ ਹੈ ਉਸ ਦਾ ਨਾਮ, ਮਹਾਨ ਹੈ ਉਸ ਦਾ ਨਾਮਨਾ। ਅਨੰਤ ਨੇ ਉਸ ਮਾਲਕ ਦੀਆਂ ਦਾਤਾਂ ਔਰ ਅਨੰਤ ਨੇ ਉਸ ਪਿਆਰੇ ਪ੍ਰੀਤਮ ਪ੍ਰਭੂ ਦੇ ਗੁਣ। ਗੁਣ ਇਹੋ ਹੋਰ ਨਾ ਹੀ ਕੋਏ, ਨਾ ਕੋ ਹੋਆ ਨਾ ਕੋ ਹੋਏ। ਇਹ ਉਸ ਦੀ ਵਡਿਆਈ ਹੈ ਕਿ ਰੱਬ ਵਰਗਾ ਨਾ ਹੀ ਪਹਿਲਾਂ ਕੋਈ ਹੋਇਆ ਨਾ ਹੀ ਕੋਈ ਹੋਏਗਾ। ਮੈਨੂੰ ਪਰਵਾਸਾ ਹੈ ਕਿ ਮੇਰਾ ਮਾਲਕ ਮਹਾਨ ਹੈ, ਉਹਦੀ ਬਰਾਬਰੀ ਹੋਰ ਕੋਈ ਨਹੀਂ ਕਰ ਸਕਦਾ। ਕੋਈ ਦੇਵੀ, ਕੋਈ ਦੇਵਤਾ, ਕੋਈ ਮੜੀ, ਕੋਈ ਪੀਰ, ਕੋਈ ਕਬਰ, ਇਹ ਉਹਦੀ ਬਰਾਬਰੀ ਨਹੀਂ ਕਰ ਸਕਦੇ। ਮੈਨੂੰ ਆਪਣੇ ਮਾਲਕ ਦਾ ਸਹਾਰਾ ਹੈ। ਹੁਣ ਇਹ ਗੱਲ ਯਾਦ ਰੱਖਣ ਵਾਲੀ ਹੈ ਕਿ ਜੀਵਨ ਅੰਦਰ ਸੁਖ ਸ਼ਾਂਤੀ ਹਾਸਲ ਕਰਨ ਲਈ ਰੱਬ ਦਾ ਸਹਾਰਾ ਲੈਣਾ ਹੈ। ਰੱਬ ਦੇ ਸਹਾਰੇ ਦਾ ਮਤਲਬ ਹੈ ਕਿ ਰੱਬੀ ਰਜ਼ਾ ਦੇ ਵਿੱਚ ਤੁਰਨਾ, ਰੱਬੀ ਗੁਣਾਂ ਦੇ ਧਾਰਨੀ ਹੋਣਾ, ਰੱਬੀ ਗੁਣਾਂ ਨੂੰ ਆਪਣੀ ਸੁਰਤ ਦੇ ਅੰਦਰ ਵਸਾਣਾ। ਜੋ ਰੱਬੀ ਗੁਣਾਂ ਨੂੰ ਆਪਣੀ ਸੁਰਤ ਵਿੱਚ ਵਸਾਉਂਦਾ ਹੈ, ਰੱਬ ਦੀ ਰਜ਼ਾ ਭਾਣੇ ਵਿੱਚ ਤੁਰਦਾ ਹੈ, ਉਸ ਮਨੁੱਖ ਦੀ ਜ਼ਿੰਦਗੀ ਅੰਦਰ ਸੁਖ ਸ਼ਾਂਤੀ ਦੀ ਦਾਤ ਉਹਨੂੰ ਮਿਲ ਜਾਂਦੀ ਹੈ। ਅਗਲਾ ਬਚਨ ਕਰਦੇ ਨੇ, ਆਪਣੇ ਸਤਿਗੁਰ ਕੈ ਬਲਿਹਾਰੈ। ਧੰਨ ਗੁਰੂ ਅਰਜਨ ਪਾਤਸ਼ਾਹ ਜੀ ਬਚਨ ਕਰਦੇ ਨੇ, ਮੈਂ ਆਪਣੇ ਗੁਰੂ ਤੋਂ ਬਲਿਹਾਰ ਹਾਂ, ਗੁਰੂ ਤੋਂ ਵਾਰਨੇ ਸਦਕੇ ਹਾਂ, ਕੁਰਬਾਨ ਹਾਂ। ਹੁਣ ਗੁਰੂ ਤੋਂ ਕੁਰਬਾਨ ਜਾਂ ਬਲਿਹਾਰ ਜਾਣ ਦਾ ਭਾਵ ਕੀ ਹੈ? ਜਿਵੇਂ ਅਸੀਂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਚਰਨਾਂ ਵਿੱਚ ਮੱਥਾ ਟੇਕਦੇ ਹਾਂ, ਤਾਂ ਮੱਥਾ ਟੇਕਣ ਦਾ ਭਾਵ ਇਹੀ ਹੈ ਕਿ ਮੈਂ ਗੁਰੂ ਤੋਂ ਕੁਰਬਾਨ ਜਾ ਰਿਹਾ, ਵਾਰਨੇ ਸਦਕੇ ਜਾ ਰਿਹਾ। ਭਾਵ ਕਿ ਆਪਣੀ ਮੱਤ ਦਾ ਤਿਆਗ ਕਰਕੇ ਗੁਰੂ ਦੀ ਮੱਤ ਦੇ ਧਾਰਨੀ ਹੋਣ ਦਾ ਮਤਲਬ ਹੈ ਬਲਿਹਾਰ ਜਾਣਾ। ਬਲ ਦਾ ਮਤਲਬ ਤਾਕਤ, ਹਾਰ ਦਾ ਮਤਲਬ ਹਾਰ ਜਾਣਾ।
ਆਪਣੀ ਤਾਕਤ ਹਾਰ ਜਾਣਾ ਭਾਵ ਕਿ ਗੁਰੂ ਅੱਗੇ ਸਮਰਪਣ ਹੋਣਾ, ਆਪਣੀ ਮੱਤ ਤਿਆਗ ਕੇ ਗੁਰੂ ਦੇ ਮੱਤ ਦੇ ਧਾਰਨੀ ਹੋਣ ਦੇ ਨਾਲ ਸਾਨੂੰ ਕੀ ਮਿਲਦਾ ਹੈ? ਅਗਲੀ ਪੰਕਤੀ ਵਿੱਚ ਸਾਨੂੰ ਸਮਝਾ ਰਹੇ ਨੇ, ਆਗੇ ਸੁਖ ਪਾਛੈ ਸੁਖ ਸਹਿਜਾ ਕਰ ਆਨੰਦ ਹਮਾਰੇ। ਗੁਰੂ ਦੇ ਦੱਸੇ ਰਾਹਾਂ ਤੇ ਤੁਰਨ ਦਾ ਸਦਕਾ ਮੇਰੇ ਅੱਗੇ ਪਿੱਛੇ ਸੁਖ ਹੈ। ਅੱਗੇ ਪਿੱਛੇ ਸੁਖ ਦਾ ਮਤਲਬ ਹਰ ਥਾਂ ਤੇ ਸੁਖ ਹੈ। ਊਠਤ ਸੁਖੀਆ ਬੈਠਤ ਸੁਖੀਆ, ਭਉ ਨਹੀਂ ਲਾਗੈ ਜਾਂ ਐਸੇ ਬੁਝਿਆ। ਗੁਰਦੇਵ ਦਾ ਪਾਵਨ ਬਚਨ ਹੈ, ਘਰ ਸੁਖ ਵਸਿਆ ਬਾਹਰ ਸੁਖ ਪਾਇਆ, ਕਹੋ ਨਾਨਕ ਗੁਰਮੰਤਰ ਦ੍ਰਿੜਾਇਆ। ਮੇਰੀ ਅੱਗੇ ਪਿੱਛੇ ਸੁਖ ਹੈ। ਮੈਂ ਆਪਣੇ ਘਰ ਵਿੱਚ ਵੀ ਸੁਖੀ ਹਾਂ ਔਰ ਬਾਹਰ ਵੀ ਸੁਖੀ ਹਾਂ। ਮਾਨਸਿਕ ਤੌਰ 'ਤੇ ਵੀ ਸ਼ਾਂਤ ਹਾਂ, ਸਰੀਰਕ ਤੌਰ 'ਤੇ ਵੀ ਆਨੰਦਿਤ ਹਾਂ, ਬੌਧਿਕ ਤੌਰ 'ਤੇ ਵੀ ਮੇਰੇ ਅੰਦਰ ਪ੍ਰਸੰਨਤਾ ਹੈ, ਆਤਮਿਕ ਤੌਰ 'ਤੇ ਮੇਰੇ ਜੀਵਨ ਅੰਦਰ ਆਤਮਿਕ ਆਨੰਦ ਬਣਿਆ ਹੋਇਆ ਹੈ। ਪਰਿਵਾਰਕ ਔਰ ਵਿਵਹਾਰਕ ਤੌਰ 'ਤੇ ਹਰ ਥਾਂ 'ਤੇ ਸੁੱਖ ਹੀ ਸੁੱਖ ਹੈ। ਕਿਉਂ ਕਿ ਗੁਰੂ ਦੇ ਦੱਸੇ ਰਾਹਾਂ 'ਤੇ ਤੁਰਨ ਵਾਲੇ ਇਨਸਾਨ ਦੀ ਜ਼ਿੰਦਗੀ ਦੇ ਅੰਦਰ ਕੋਈ ਵਿਕਾਰ ਨਹੀਂ ਹੁੰਦਾ, ਕੋਈ ਪਾਪ ਨਹੀਂ ਹੁੰਦਾ। ਉਹਦੀ ਸੋਚ ਮਹਾਨ, ਉਹਦੇ ਬੋਲ ਮਿੱਠੇ, ਉਹਦਾ ਵਿਵਹਾਰ ਪਾਰਦਰਸ਼ੀ ਹੁੰਦਾ ਹੈ ਅਤੇ ਐਸਾ ਇਨਸਾਨ ਹਰ ਥਾਂ 'ਤੇ ਸੁਖੀ ਔਰ ਸ਼ਾਂਤ ਹੈ। ਸਹਿਜਾ ਦਾ ਮਤਲਬ ਸਹਿਜ। ਮੇਰੀ ਜ਼ਿੰਦਗੀ ਦੇ ਅੰਦਰ ਸਹਿਜ ਆ ਗਿਆ ਗੁਰੂ ਦੇ ਦੱਸੇ ਰਾਹਾਂ 'ਤੇ ਤੁਰਨ ਦੇ ਨਾਲ। ਅਤੇ ਸਹਿਜ ਦਾ ਮਤਲਬ ਕਿਸੇ ਸਮਾਧੀ ਆਦਿਕ ਵਿੱਚ ਬਹਿ ਜਾਣਾ ਨਹੀਂ। ਸਹਿਜ ਦਾ ਮਤਲਬ ਹੈ ਮਨ, ਬਚਨ ਔਰ ਕਰਮ ਦੀ ਇਕਸਾਰਤਾ। ਮੇਰੀ ਮਾਨਸਿਕਤਾ ਦੇ ਅੰਦਰ ਵੀ ਰੱਬੀ ਗੁਣ ਨੇ, ਮੇਰੇ ਬੋਲਾਂ ਵਿੱਚ ਵੀ ਰੱਬੀ ਗੁਣ ਨੇ, ਵਿਹਾਰ ਵਿੱਚ ਵੀ ਰੱਬੀ ਗੁਣ ਹੈ। ਯਾਨੀ ਮਨ, ਬਚਨ ਔਰ ਕਰਮ ਦੀ ਇਕਸਾਰਤਾ ਹੈ। ਮੇਰੀ ਸੋਚ ਜਿਹੜੀ ਹੈ ਉਹ ਮਹਾਨ ਹੋ ਗਈ ਹੈ। ਕਰ ਆਨੰਦ ਹਮਾਰਾ, ਮੇਰੇ ਘਰ ਦੇ ਅੰਦਰ, ਹਿਰਦੇ ਦੇ ਅੰਦਰ, ਸੋਚ ਦੇ ਅੰਦਰ ਆਨੰਦ ਬਣਿਆ ਹੋਇਆ ਹੈ। ਆਨੰਦ ਮਨੁੱਖੀ ਮਨ ਦੀ ਉਸ ਅਵਸਥਾ ਦਾ ਨਾਮ ਹੈ ਜਿਸ ਅਵਸਥਾ 'ਤੇ ਜਾ ਕੇ ਮਨੁੱਖ ਦੇ ਅੰਦਰੋਂ ਅਗਿਆਨ ਮਿਟ ਜਾਂਦਾ ਹੈ, ਮੋਹ ਖਤਮ ਹੋ ਜਾਂਦਾ ਹੈ, ਇਹਦਾ ਜੀਵਨ ਸੰਵਰ ਜਾਂਦਾ ਹੈ ਅਤੇ ਸੰਵਰੇ ਹੋਏ ਜੀਵਨ ਦੇ ਅੰਦਰ ਹੀ ਖੁਸ਼ੀ ਔਰ ਆਨੰਦ ਖੇੜਾ ਪੈਦਾ ਹੁੰਦਾ ਹੈ। ਤਾਂ ਜੇ ਅਸੀਂ ਆਪਣੇ ਜੀਵਨ ਵਿੱਚ ਸੁੱਖ, ਸ਼ਾਂਤੀ, ਆਨੰਦ ਖੇੜਾ, ਪ੍ਰਸੰਨਤਾ ਚਾਹੁੰਦੇ ਹਾਂ ਤਾਂ ਉਹਦੇ ਵਾਸਤੇ ਗੁਰਦੇਵ ਸਾਨੂੰ ਇੱਕ ਰਾਹ ਦੱਸ ਰਹੇ ਨੇ। ਗੁਰੂ ਦੇ ਦੱਸੇ ਰਾਹਾਂ 'ਤੇ ਤੁਰਨਾ, ਗੁਰੂ ਦੇ ਦਿੱਤੇ ਵੇ ਆਫ ਲਾਈਫ ਨੂੰ ਅਪਣਾਉਣਾ, ਮਨ, ਬਚਨ ਔਰ ਕਰਮ ਕਰਕੇ ਸੱਚ ਦੇ ਧਾਰਨੀ ਹੋਣਾ। ਇਸ ਤਰ੍ਹਾਂ ਕਰਨ ਦੇ ਨਾਲ ਸਾਡੀ ਜ਼ਿੰਦਗੀ ਅੰਦਰ ਸੁੱਖ, ਸ਼ਾਂਤੀ ਜਿਹੜੀ ਹੈ ਉਹ ਆ ਸਕਦੀ ਹੈ। ਅੰਤਰ ਜਾਮੀ ਕਰਨੈ ਹਾਰਾ, ਸੋਈ ਖਸਮ ਹਮਾਰਾ। ਗੁਰੂ ਸਾਹਿਬ ਕਹਿੰਦੇ ਨੇ ਮੇਰਾ ਮਾਲਕ ਉਹ ਹੈ ਜੋ ਸੰਸਾਰ ਨੂੰ ਰਚਨਹਾਰ ਹੈ, ਸੰਸਾਰ ਦਾ ਰਚਨਹਾਰਾ ਹੈ ਔਰ ਅੰਤਰਜਾਮੀ ਹੈ। ਕਰਤਾ ਪੁਰਖ ਹੈ, ਪ੍ਰਭੂ ਕ੍ਰੀਏਟਰ ਹੈ ਔਰ ਰਚਨਾ ਨੂੰ ਰਚ ਕੇ ਰਚਨਾ ਤੋਂ ਬਾਹਰ ਨਹੀਂ ਹੈ, ਰਚਨਾ ਦੇ ਅੰਦਰ ਹੀ ਸਮਾਇਆ ਹੋਇਆ ਹੈ। ਜਲ ਥਲ ਮਹੀਲ ਪੂਰਿਆ, ਰਵਿਆ ਵਿੱਚ ਵਣਾ। ਸਭ ਮੈਂ ਜੋਤ ਜੋਤ ਹੈ ਸੋਏ, ਜਾਂ ਘਟ ਘਟ ਮੈਂ ਹਰ ਜੂ ਬਸੈ। ਉਹ ਕਰਨਹਾਰ, ਰਚਨਹਾਰ ਆਪਣੀ ਰਚਨਾ ਦੇ ਅੰਦਰ ਸਮਾਇਆ ਹੋਇਆ ਹੈ। ਤੇ ਦੂਜੀ ਗੱਲ ਕਹਿੰਦੇ ਨੇ ਅੰਤਰਜਾਮੀ ਹੈ, ਭਾਵ ਅੰਦਰ ਦੀ ਭਾਵਨਾ ਨੂੰ ਉਹ ਸਮਝਣ ਵਾਲਾ ਹੈ। ਯਾਨੀ ਰੱਬ ਨੂੰ ਇਮੋਸ਼ਨਲ ਬਲੈਕਮੇਲ ਨਹੀਂ ਕੀਤਾ ਜਾ ਸਕਦਾ। ਇਹ ਗੱਲ ਸਮਝਣ ਵਾਲੀ ਹੈ ਕਿ ਉਹ ਅੰਤਰਜਾਮੀ ਹੈ। ਮੈਂ ਪਹਿਲਾਂ ਵੀ ਕਈ ਵਾਰ ਬੇਨਤੀ ਕੀਤੀ ਹੈ ਕਿ ਮੈਂ ਤੁਹਾਨੂੰ ਇਮੋਸ਼ਨਲ ਬਲੈਕਮੇਲ ਕਰ ਸਕਦਾ ਹਾਂ ਕੋਈ ਝੂਠ ਫਰੇਬ ਕਰਕੇ। ਰੀਜ਼ਨ ਕਿ ਹੋ ਸਕਦਾ ਹੈ ਤੁਸੀਂ ਮੇਰੇ ਮਨ ਦੀ ਭਾਵਨਾ ਨੂੰ ਨਾ ਸਮਝੋ, ਇਸ ਲਈ ਇਮੋਸ਼ਨਲ ਬਲੈਕਮੇਲ ਕਰ ਸਕਦਾ। ਤੁਸੀਂ ਮੈਨੂੰ ਇਮੋਸ਼ਨਲ ਬਲੈਕਮੇਲ ਕਰ ਸਕਦੇ ਹੋ ਕਿਉਂਕਿ ਮੈਂ ਅੰਤਰਜਾਮੀ ਨਹੀਂ, ਅੰਦਰ ਦੀ ਭਾਵਨਾ ਨੂੰ ਜਾਣਨ ਵਾਲਾ ਨਹੀਂ ਹਾਂ। ਇਸ ਲਈ ਇਸ ਦੁਨੀਆ ਵਿੱਚ ਇੱਕ ਮਨੁੱਖ ਦੂਜੇ ਨੂੰ ਧੋਖਾ ਦੇ ਸਕਦਾ ਹੈ, ਪਰ ਰੱਬ ਐਸਾ ਨਹੀਂ। ਅੰਦਰੋਂ ਹੋਰ ਤੇ ਬਾਹਰੋਂ ਹੋ ਕੇ ਰੱਬ ਨੂੰ ਧੋਖਾ ਨਹੀਂ ਦਿੱਤਾ ਜਾ ਸਕਦਾ, ਕਿਉਂਕਿ ਮੈਂ ਆਪਣੇ ਆਪੇ ਨੂੰ ਧੋਖਾ ਕਿਵੇਂ ਦੇਵਾਂਗਾ। ਜਦੋਂ ਮੈਂ ਤੁਹਾਡੇ ਸਾਹਮਣੇ ਝੂਠ ਬੋਲਾਂਗਾ ਹੋ ਸਕਦਾ ਤੁਹਾਨੂੰ ਨਾ ਪਤਾ ਲੱਗੇ, ਪਰ ਜੋ ਮੇਰੇ ਅੰਦਰ ਬੈਠਾ ਹੈ, ਮੇਰਾ ਆਪਣਾ ਆਪਾ ਜੋ ਰੱਬ ਹੈ, ਘਟ ਘਟ ਮੈਂ ਹਰ ਜੂ ਵਸੇ, ਮੈਂ ਉਹਦੇ ਤੋਂ ਕਿਵੇਂ ਛੁਪਾਵਾਂਗਾ। ਮੈਨੂੰ ਤਾਂ ਪਤਾ ਹੈ ਨਾ, ਮੇਰੇ ਆਪਣੇ ਆਪੇ ਨੂੰ ਪਤਾ ਹੈ ਨਾ ਕਿ ਮੈਂ ਧੋਖਾ ਦੇ ਰਿਹਾ ਹਾਂ, ਮੈਂ ਝੂਠ ਬੋਲ ਰਿਹਾ ਹਾਂ। ਰੱਬ ਤੋਂ ਕਿਵੇਂ ਛੁਪਾਓਗੇ। ਇਸ ਲਈ
कथनी और करनी का एक होना है। जो प्रभु के विच विश्वास रखता है, जो रब्बी गुणां नूं गांदा है, जो गुरु के दसे राहां ते तुरदा है, उहदा यह विश्वास है और वो अंदरों बाहरों एक हुंदा है। इसलिए रब करनहार है तो इथों किरत का सिद्धांत निकलेगा। इसलिए जे जीवन अंदर सुख शांति चाहता है तो प्यारिया किरत करन दा यतन कर और नाल अंदरों बाहरों एक होने का यतन कर, तां तेरे जीवन के अंदर सुख शांति आ सकती है। गुरु के चरणों ते लगन नाल, गुरु के दसे राहां ते तुरिया सानू होर की मिलेगा। गुरुदेव बचन करते ने, निरभौ भये गुर चरणी लागे, एक राम नाम आधारा। जदों का मैं गुरु की चरनी लगा हाँ, मैनू प्रभु के नाम का आसरा मिल गया है और मैं निरभौ हो गया हाँ। मैनू जीवन में कोई डर नहीं रहा। यानी गुरु के चरनी लगिया, प्रभु के नाम का आसरा लिया, मनुख निरभौ हो जाता है। गुरु के चरनी लगन का मतलब ही ये है कि अपनी मत नूं त्याग, गुरमत के धारनी होना, गुरबाणी अनुसार जिंदगी जीनी ते रब के नाम नूं आसरा बनाना, आधार बनाना, ये समझण वाली चीज़ है। आधार का मतलब बेस, जिहदे उत्ते मेरे जीवन की, मेरी सोच की उसारी होनी है। हुण किसी की सोच के अंदर क्रोध है, लोभ है, मोह है, ਇਹਦਾ मतलब ਉਹਦੀ सोच की उसारी काम, क्रोध, लोभ आदि ते हुई है। तो जैसा ਉਹਦੀ सोच का बेस होएगा वैसे ही ਉਹਦੇ कर्म होणगे, वैसा ही ਉਹਦਾ विहार होएगा तो वैसा ही ਉਹਦੀ जिंदगी के अंदर ਉਹਨੂੰ फल मिलेगा, ਉਹਦੇ जीवन का रिजल्ट भी वही निकलेगा। हुण प्रभु के नाम नूं अपने जीवन का आधार बनाने का मतलब कि मैं सच नूं जीवन का आधार बना लिया, मैं निर्वैरता नूं अपने जीवन का आधार बनाया है, मैं दया नूं अपने जीवन का आधार बना लिया है, रब्बी गुणां दे उत्ते मेरी सोच की उसारी है। इसे नूं कहंदे ने प्रभु के नाम नूं आधार बनाना। ते जिहड़ा इन्हां गुणां नूं आधार बना लैंदा है वो जीवन के अंदर निरभौ हो जाता है। ਉਹਨੂੰ फिर कोई भै नहीं रहिंदा, ਉਹਦੇ जीवन के अंदर कोई तौखला नहीं रहिंदा, कोई सहम नहीं रहिंदा, क्योंकि डर और सहम उस मनुख की जिंदगी विच हुंदे ने जिस मनुख ने कोई पाप कर्म किया होवे। सो डरै जे पाप कमावंदा, धर्मी विगसेत। डर ਉਹਦੇ अंदर पैदा हुंदा है जिसने कोई माड़ा कर्म किया है कि मेरे इस माड़ा कर्म जिहड़ा है नशर ना हो जाए, मैं फड़िया ना जावां, किसी नूं पता ना लग जाए। हुण जिसने कोई माड़ा कर्म किया ही नहीं, ना किसी की चुगली की है, ना निंदिया की है, ना कोई चोरी की है, ना बेईमानी की है, उस बंदे नूं डर काहदा है? ਉਹਦੇ जीवन च निरभैता आ जाती है। दूजी गल, वो बंदा बहुत सारे मानसिक रोगों तो बच जाता है। मानसिक तौर पर उस बंदे की जिंदगी के अंदर शांति हुंदी है। तो जो गुरु के चरणों ते लगते हैं उन्हां दे जीवन में निरभैता आउंदी है और वो प्रभु के गुणां नूं अपने जीवन का आधार बना लेंदे ने। इसलिए जो भी इंसान जिंदगी अंदर सुख शांति आनंद खेड़ा चाहता है, उन्होंने चाहिए है कि गुरु के दसे वे ऑफ लाइफ नूं अपनावे और प्रभु के गुणां नूं अपने जीवन का, अपनी सोच का आधार बनाने का यतन करे। सफल दर्शन अकाल मूरत प्रभ हैप्पी होवन हारा। उस मालिक का दर्शन फल देने वाला है। ਉਹਦੀ हस्ती काल तो रहत है, वो हुण भी है और आने वाले समय के अंदर भी होवेगा। रब का कदे विनाश नहीं होना। ਉਹਦੀ हस्ती काल तो परे है तो ਉਹਦਾ दर्शन फल देने वाला है। हुण ये चीज़ां समझण वालियां ने। रब अकाल मूरत है, रब नूं कदे मौत नहीं होनी। पहलां भी वो सी, अज भी वो है, आने वाले समय दे विच भी वो होवेगा। तो याद रखना, जो अकाल मूरत दे नाल जुड़ेगा वो भी मौत तो बचेगा। शरीरक मौत की गल नहीं, गल मानसिक या आत्मक मौत की गल है।
ਜਦੋਂ ਬੰਦਾ ਵਿਕਾਰਾਂ ਦੇ ਵਿੱਚ ਖਚਤ ਹੁੰਦਾ ਹੈ, ਕਿਸੇ ਬੇਗਾਨੇ ਦਾ ਹੱਕ ਖਾਂਦਾ ਹੈ, ਕਿਸੇ ਪਰ ਧਨ ਨੂੰ ਕਾਮੁਕ ਜਾਂ ਬੁਰੀਆਂ ਨਜ਼ਰਾਂ ਲਲਚਾਈਆਂ ਦੇ ਨਾਲ ਤੱਕਦਾ ਹੈ, ਉਦੋਂ ਅੰਦਰੋਂ ਇਨਸਾਨੀਅਤ ਮਰ ਗਈ ਹੁੰਦੀ ਹੈ। ਜਦੋਂ ਬੰਦਾ ਚੋਰੀ ਕਰਦਾ ਹੈ, ਉਦੋਂ ਇਨਸਾਨੀਅਤ ਅੰਦਰੋਂ ਮਰ ਜਾਂਦੀ ਹੈ। ਇਸੇ ਨੂੰ ਮੌਤ ਕਹਿੰਦੇ ਨੇ। ਅਸਲ ਦੇ ਅੰਦਰ ਜਿਉਂਦਾ ਉਹ ਹੈ ਜੋ ਸੱਚ ਦੇ ਨਾਲ ਜੁੜਿਆ ਹੈ। ਸੋ ਜੀਵਿਆ ਜਿਸ ਮਨ ਵਸਿਆ ਸੋਏ, ਨਾਨਕ ਅਵਰ ਨਾ ਜੀਵੈ ਕੋਏ। ਜੇ ਜੀਵੈ ਪਤਲਕ ਥੀ ਜਾਏ, ਸਭ ਹਰਾਮ ਜੀਤਾ ਕਿਛ ਖਾਏ। ਅਸਲ ਜਿਉਂਦਾ ਉਹ ਹੈ ਜਿਸ ਦੇ ਮਨ ਅੰਦਰ ਰੱਬੀ ਗੁਣ ਵਸ ਗਏ। ਆਤਮਿਕ ਜੀਵਨ ਉਹ ਜੀ ਰਿਹਾ। ਜਿਹਦੇ ਜੀਵਨ ਵਿੱਚ ਰੱਬੀ ਗੁਣ ਨਹੀਂ ਵਸੇ, ਅਵਗੁਣ ਨੇ, ਗੁਰੂ ਜੀ ਕਹਿੰਦੇ ਨੇ ਗੁਣਾਂ ਤੋਂ ਸੱਖਣਾ ਮਨੁੱਖ ਆਤਮਿਕ ਜ਼ਿੰਦਗੀ ਨਹੀਂ ਜੀ ਰਿਹਾ। ਤੇ ਜੇ ਕੋਈ ਗੁਣਾਂ ਨੂੰ ਵਿਸਾਰ ਕੇ, ਰੱਬ ਨੂੰ ਵਿਸਾਰ ਕੇ, ਰੱਬੀ ਰਜ਼ਾ ਨੂੰ ਭੁਲਾ ਕੇ ਗੁਰਮਤਿ ਤੋਂ ਉਲਟ ਪਾਪ ਕਰਮਾਂ ਵਾਲੀ ਜ਼ਿੰਦਗੀ ਜੀਂਦਾ ਵੀ ਹੈ, ਤਾਂ ਗੁਰੂ ਜੀ ਕਹਿੰਦੇ ਨੇ ਸਭ ਹਰਾਮ ਜੀਤਾ ਕਿਛ ਖਾਏ। ਉਹਦਾ ਖਾਣਾ ਪੀਣਾ ਪਹਿਨਣਾ ਹਰਾਮ ਹੈ, ਕਿਉਂਕਿ ਇਨਸਾਨ ਹੁੰਦਿਆਂ ਹੋਇਆਂ ਉਹ ਇਨਸਾਨੀਅਤ ਵਾਲੇ ਕਰਮ ਨਹੀਂ ਕਰ ਰਿਹਾ। ਤਾਂ ਇਸ ਤਰ੍ਹਾਂ ਜੋ ਅਕਾਲ ਮੂਰਤ ਦੇ ਨਾਲ ਜੁੜੇਗਾ ਉਹ ਵੀ ਆਤਮਿਕ ਜੀਵਨ ਜੀਵੇਗਾ। ਤੇ ਰੱਬੀ ਦਰਸ਼ਨ ਹਰ ਇਨਸਾਨ ਦੇ ਵਿੱਚੋਂ ਕਰਨਾ ਹੈ, ਕਿਉਂਕਿ ਸਭ ਮੈਂ ਜੋਤ ਜੋਤ ਹੈ ਸੋਏ। ਜਦੋਂ ਬੰਦੇ ਨੂੰ ਹਰ ਇਨਸਾਨ ਦੇ ਅੰਦਰ ਪ੍ਰਭੂ ਦੀ ਜੋਤ ਨਜ਼ਰੀ ਆਏਗੀ, ਤਾਂ ਫਿਰ ਉਸ ਸਭ ਦੇ ਨਾਲ ਵਿਹਾਰ ਵੀ ਰੱਬ ਵਰਗਾ ਕਰੇਗਾ, ਪਿਆਰ ਵੀ ਰੱਬ ਵਰਗਾ ਕਰੇਗਾ। ਜਦੋਂ ਉਹ ਆਪਣੇ ਅੰਦਰ ਵਸਦੇ ਉਸ ਮਾਲਕ ਨੂੰ ਵੇਖੇਗਾ ਤੇ ਆਪਣੇ ਅੰਦਰੋਂ ਹੀ ਉਹਨਾਂ ਸ਼ੁਭ ਗੁਣਾਂ ਨੂੰ ਪ੍ਰਗਟ ਕਰੇਗਾ, ਤਾਂ ਐਸਾ ਜੋ ਜੀਵਨ ਹੈ ਉਹ ਫਲਦਾਇਕ ਹੈ। ਉਸ ਜੀਵਨ ਦੇ ਅੰਦਰੋਂ ਸੁੱਖਾਂ ਦਾ ਫਲ ਨਿਕਲਦਾ ਹੈ। ਉਸ ਜੀਵਨ ਦਾ ਰਿਜ਼ਲਟ ਸੁੱਖ ਨਿਕਲਦਾ ਹੈ, ਜਿਹੜਾ ਇਸ ਕਿਸਮ ਦੀ ਜ਼ਿੰਦਗੀ ਜੀਂਦਾ ਹੈ। ਤਾਂ ਜਿਹੜਾ ਜੀਵਨ ਅੰਦਰ ਸੁੱਖ ਸ਼ਾਂਤੀ ਦਾ ਫਲ ਚਾਹੁੰਦਾ ਹੈ, ਉਹਨੂੰ ਚਾਹੀਦਾ ਹੈ ਕਿ ਉਹ ਹਰ ਇਨਸਾਨ ਅੰਦਰ ਰੱਬੀ ਜੋਤ ਨੂੰ ਵੇਖ ਇੱਕ ਦੂਜੇ ਨਾਲ ਰੱਬ ਵਰਗਾ ਪਿਆਰ ਔਰ ਰੱਬ ਵਰਗਾ ਵਿਹਾਰ ਤੇ ਸਤਿਕਾਰ ਆਪਣੇ ਜੀਵਨ ਵਿੱਚ ਪੈਦਾ ਕਰੇ। ਤੇ ਹਰ ਉਹ ਇਨਸਾਨ ਜਿਹੜਾ ਸੁੱਖ ਸ਼ਾਂਤੀ ਚਾਹੁੰਦਾ ਹੈ, ਆਪਣੇ ਜੀਵਨ ਦੇ ਅੰਦਰ ਰੱਬੀ ਗੁਣਾਂ ਨੂੰ ਪ੍ਰਗਟ ਕਰੇ। ਕੰਠ ਲਗਾਏ ਆਪਣੇ ਜਨ ਰਾਖੇ, ਆਪਣੀ ਪ੍ਰੀਤ ਪਿਆਰਾ। ਗੁਰੂ ਜੀ ਕਹਿੰਦੇ ਨੇ ਆਪਣੀ ਪ੍ਰੀਤ ਔਰ ਪਿਆਰ ਦੇ ਸਦਕਾ ਮਾਲਕ ਆਪਣੇ ਪਿਆਰਿਆਂ ਨੂੰ ਆਪਣੇ ਕੰਠ ਨਾਲ ਯਾਨੀ ਗਲੇ ਲਗਾ ਕੇ, ਸੀਨੇ ਲਗਾ ਕੇ ਰੱਖ ਲੈਂਦਾ, ਬਚਾ ਲੈਂਦਾ। ਰੱਬ ਕਿਵੇਂ ਬਚਾਉਂਦਾ ਹੈ? ਆਪਣੀ ਪ੍ਰੀਤ ਪਿਆਰ ਵਾਲਿਆਂ ਨੂੰ ਆਪਣੇ ਸੀਨੇ ਨਾਲ ਲਾ ਕੇ ਬਚਾ ਲੈਂਦਾ ਹੈ। ਹੁਣ ਕਿਵੇਂ ਬਚਾਉਂਦਾ ਹੈ, ਇਹ ਗੱਲ ਸਮਝਣ ਵਾਲੀ ਹੈ। ਰੱਬ ਦੀ ਪ੍ਰੀਤ ਪਿਆਰ ਸਾਡੀ ਜ਼ਿੰਦਗੀ ਵਿੱਚ ਚਾਹੀਦਾ ਹੈ। ਸਾਚੀ ਪ੍ਰੀਤ ਹਮ ਤੁਮ ਸਿਉ ਜੋਰੀ, ਤੁਮ ਸਿਉ ਜੋਰ ਅਵਰ ਸੰਗ ਤੋਰੀ। ਤੇ ਗੁਰਦੇਵ ਪਾਤਸ਼ਾਹ ਕਹਿੰਦੇ ਨੇ, ਇਹ ਮੇਰੇ ਮਨਾਂ, ਜੇ ਪ੍ਰਭੂ ਨਾਲ ਪ੍ਰੀਤ ਪਾਣੀ ਹੈ ਤਾਂ ਐਸ਼ ਢੰਗ ਦੀ ਪਾ, ਜਿਵੇਂ ਪਾਣੀ ਦੀ ਔਰ ਮੱਛੀ ਦੀ ਹੈ। ਜਿਵੇਂ ਜਿਵੇਂ ਪਾਣੀ ਵੱਧਦਾ ਹੈ, ਤਿਵੇਂ ਤਿਵੇਂ ਮੱਛੀ ਦੀ ਜ਼ਿੰਦਗੀ ਅੰਦਰ ਖੁਸ਼ੀ ਹੁੰਦੀ ਹੈ। ਪ੍ਰਭੂ ਦੇ ਨਾਲ ਪ੍ਰੀਤ ਐਸੀ ਪਾ ਜੈਸੀ ਕਮਲ ਔਰ ਭੰਵਰੇ ਦੀ ਹੈ। ਭੰਵਰਾ ਆਪਣਾ ਜੀਵਨ ਤੇ ਤਿਆਗ ਦਿੰਦਾ ਹੈ, ਪਰ ਕਮਲ ਦੀ ਪ੍ਰੀਤ ਨਹੀਂ ਛੱਡਦਾ। ਇਸੇ ਤਰ੍ਹਾਂ ਰੱਬ ਦੇ ਨਾਲ ਪ੍ਰੀਤ ਦਾ ਮਤਲਬ ਹੀ ਰੱਬ ਦੀ ਰਜ਼ਾ ਵਿੱਚ ਰਹਿਣਾ ਹੈ। ਰੱਬੀ ਗੁਣਾਂ ਦੇ ਨਾਲ ਪ੍ਰੀਤ ਹੀ ਰੱਬ ਦੀ ਪ੍ਰੀਤ ਹੈ। ਤਾਂ ਤੂੰ ਆਪਣਾ ਜੀਵਨ ਤਾਂ ਮੁਕਾ ਲਵੇਂ, ਲੇਕਿਨ ਗੁਣਾਂ ਨੂੰ ਨਾ ਛੱਡੇ। ਸੱਚ ਬਾਰੇ, ਸੱਚ ਵਾਸਤੇ ਤੂੰ ਆਪਣੀ ਜਾਨ ਤਾਂ ਦੇ ਸਕਦਾ ਹੋਵੇਂ, ਲੇਕਿਨ ਗੁਣਾਂ ਦਾ ਔਰ ਸੱਚ ਦਾ ਤਿਆਗ ਨਾ ਕਰੇ। ਸੱਚ ਨੂੰ, ਦਇਆ ਨੂੰ, ਪ੍ਰੇਮ ਨੂੰ, ਰੱਬੀ ਗੁਣਾਂ ਨੂੰ ਆਪਣੇ ਜੀਵਨ ਦੇ ਅੰਦਰ ਪਿਆਰ ਦੇ, ਥਾਂ ਦੇ। ਤੇ ਜਿਹੜੇ ਲੋਕ ਰੱਬ ਦੇ ਨਾਲ ਪ੍ਰੀਤ ਪਾਉਂਦੇ ਨੇ, ਫਿਰ ਰੱਬ ਉਹਨੂੰ ਆਪਣੇ ਸੀਨੇ ਨਾਲ ਲਗਾ ਕੇ ਰੱਖਦਾ ਹੈ। ਰੱਬ ਦੇ ਸੀਨੇ ਨਾਲ ਲੱਗਣ ਦਾ ਮਤਲਬ ਹੀ ਰੱਬੀ ਗੁਣਾਂ ਨਾਲ ਲੱਗ ਜਾਣਾ ਹੈ। ਤੇ ਜਿਹੜਾ ਰੱਬੀ ਗੁਣਾਂ ਦੇ ਨਾਲ ਆਪਣੀ ਸੁਰਤ ਨੂੰ ਜੋੜ ਲੈਂਦਾ ਹੈ, ਉਹਦੀ ਸੁਰਤ ਫਿਰ ਵਿਕਾਰਾਂ ਦੇ ਅੰਦਰ ਕਦੇ ਵੀ ਭਟਕਦੀ ਨਹੀਂ ਹੈ। ਇਸ ਤਰ੍ਹਾਂ ਉਹਦੇ ਆਤਮਿਕ ਜੀਵਨ ਦੀ ਰਾਖੀ ਹੁੰਦੀ ਹੈ। ਤੇ ਜਦੋਂ ਕਿਤੇ ਉਸ ਨੂੰ ਗਿਰਨ ਦਾ ਸਮਾਂ ਮਿਲਦਾ ਹੈ ਨਾ, ਡਿੱਗਣ ਦਾ ਕਿਤੇ ਮੌਕਾ ਬਣਦਾ ਹੈ, ਰੱਬ ਉਹਨੂੰ ਬਚਾ ਲੈਂਦਾ ਹੈ। ਕਿਵੇਂ ਬਚਾਉਂਦਾ ਹੈ? ਸਪੋਜ਼ ਕਿਤੇ ਮੇਰੇ ਸਾਹਮਣੇ ਚੋਰੀ ਕਰਨ ਦਾ ਮੌਕਾ ਬਣਿਆ ਹੈ ਕਿ ਮਾਲਕ ਨਹੀਂ ਹੈ, ਔਰ ਮੇਰੇ ਕੋਲ ਮੌਕਾ ਹੈ ਕਿ ਮੈਂ ਕੁਝ ਚੋਰੀ ਕਰ ਸਕਦਾ। ਜਦੋਂ ਮੇਰੇ ਹੱਥ ਚੋਰੀ ਕਰਨ ਵਾਸਤੇ ਕੋਈ ਚੀਜ਼ ਚੁੱਕਣ ਲਈ ਵਧਣਗੇ ਨਾ, ਜੇ ਮੈਂ ਸੱਚੀ ਪ੍ਰੀਤ ਪ੍ਰਭੂ ਨਾਲ ਜੋੜੀ ਤੇ ਅੰਦਰੋਂ ਆਵਾਜ਼ ਆਏਗੀ, ਚੋਰ ਕੀਆ ਚੰਗਾ ਕਿਉਂ ਹੋਏ।
चोर की हामा भरे ना कोए, मेरे हथ वापस आ जाएंगे। यानी मेरी सुरत के अंदर चोरी वास्ते विचार भी पैदा नहीं होएगा। इस तरह प्रभु अपने प्यारिਆਂ ਨੂੰ विकारां तो बचा ਲੈਂਦਾ है, ਤੇ जो लोग विकारां तो बच ਜਾਂਦੇ ਨੇ ਉਹ ਦੁੱਖਾਂ ਤੋਂ ਵੀ ਬਚ ਜਾਂਦੇ ਨੇ। ਵੱਡੀ ਵਡਿਆਈ ਅਚਰਜ ਸ਼ੋਭਾ ਕਾਰਜ ਆਇਆ ਰਾਸੇ। ਇਹ ਗੁਰੂ ਦੀ ਵੱਡੀ ਵਡਿਆਈ ਹੈ, ਗੁਰੂ ਦੀ ਅਚਰਜ ਸ਼ੋਭਾ ਹੈ। ਜੋ ਗੁਰੂ ਦੇ ਚਰਨਾਂ ਦੀ ਸ਼ਰਨ ਵਿੱਚ ਆ ਜਾਂਦਾ ਨਾ, ਉਹਦੇ ਜੀਵਨ ਦਾ ਕਾਰਜ ਰਾਸ ਆ ਜਾਂਦਾ ਹੈ। ਹੁਣ ਜੀਵਨ ਦੇ ਕਾਰਜ ਨੂੰ ਰਾਸ ਆਉਣਾ ਸਮਝ ਲੈਣਾ ਕਿ ਰਾਸ ਆਉਣ ਦਾ ਮਤਲਬ ਕੀ ਹੈ। ਅਸੀਂ ਮੰਨ ਲਓ ਕੋਈ ਵਪਾਰ ਕੀਤਾ, ਕਾਰਜ ਤੇ ਕੀਤਾ, ਵਪਾਰ ਸ਼ੁਰੂ ਕਰ ਲਿਆ, ਲੇਕਿਨ ਉਸ ਵਪਾਰ ਚੋਂ ਸਾਨੂੰ ਜਿਹੜਾ ਅਸੀਂ ਲਾਭ ਚਾਹੁੰਦੇ ਸਾਂ ਉਹ ਲਾਭ ਨਹੀਂ ਮਿਲਿਆ, ਜਾਂ ਵਪਾਰ ਫੇਲ ਹੋ ਗਿਆ, ਵਪਾਰ ਵਿੱਚ ਨੁਕਸਾਨ ਹੋ ਗਿਆ। ਕਾਰਜ ਤਾਂ ਕੀਤਾ ਪਰ ਰਾਸ ਨਾ ਆਇਆ। ਰਾਸ ਤਾਂ ਸੀ ਕਿ ਜੇ ਉਹ ਵਪਾਰ ਚੱਲ ਜਾਂਦਾ, ਜੈਸਾ ਅਸੀਂ ਲਾਭ ਚਾਹੁੰਦੇ ਸੀ ਉਹ ਜਿਹਾ ਲਾਭ ਸਾਨੂੰ ਮਿਲ ਜਾਂਦਾ, ਫਿਰ ਸੀ ਕਾਰਜ ਰਾਸ। ਤੇ ਜੇ ਐਸਾ ਕੁਛ ਨਹੀਂ ਹੋਇਆ ਤੇ ਉਹ ਕਾਰਜ ਬੇਰਾਸ ਹੋ ਗਿਆ, ਫੇਲ ਹੋ ਗਿਆ, ਉਹ ਕਾਰਜ ਦੇ ਵਿੱਚੋਂ ਸਾਨੂੰ ਸਫਲਤਾ ਨਾ ਮਿਲੀ। ਜਿਵੇਂ ਕੋਈ ਬੱਚਾ ਸਕੂਲ ਅੰਦਰ ਪੜ੍ਹਨ ਵਾਸਤੇ ਜਾ ਰਿਹਾ ਹੈ, ਉਹ ਕਾਰਜ ਕਰ ਰਿਹਾ ਨਾ ਪੜ੍ਹਨ ਦਾ, ਤੇ ਪੇਪਰਾਂ ਦੇ ਅੰਦਰ ਜੇ ਉਹ ਪਾਸ ਹੋ ਜਾਏ ਚੰਗੇ ਨੰਬਰਾਂ ਦੇ ਨਾਲ ਤਾਂ ਉਹਦਾ ਕਾਰਜ ਰਾਸ ਹੋ ਗਿਆ, ਸਫਲ ਹੋ ਗਿਆ, ਮਿਹਨਤ ਕੀਤੀ ਦਾ ਫਲ ਮਿਲ ਗਿਆ। ਤੇ ਜੇ ਬਾਈ ਦੀ ਵੇ ਉਹ ਫੇਲ ਹੋ ਜਾਏ, ਫਿਰ ਰਾਸ ਨਾ ਆਈ ਪੜ੍ਹਾਈ, ਕਿਉਂਕਿ ਉਹ ਫਲ ਜਿਹੜਾ ਮਿਲਣਾ ਚਾਹੀਦਾ ਸੀ ਉਹ ਨਹੀਂ ਮਿਲਿਆ। ਤਾਂ ਕਾਰਜ ਰਾਸ ਆਉਣ ਦਾ ਮਤਲਬ ਹੈ ਕਿ ਜੋ ਅਸੀਂ ਜ਼ਿੰਦਗੀ ਜੀ ਰਹੇ ਹਾਂ, ਇਹ ਜ਼ਿੰਦਗੀ ਤੇ ਅਸੀਂ ਜੀ ਰਹੇ ਹਾਂ ਕਿ ਸਾਡੀ ਜ਼ਿੰਦਗੀ ਵਿੱਚ ਖੁਸ਼ੀ ਮਿਲੇ। ਅਸੀਂ ਵਿਆਹ ਕਰਾਇਆ ਖੁਸ਼ੀ ਵਾਸਤੇ, ਬੱਚਿਆਂ ਨੂੰ ਜਨਮ ਦਿੱਤਾ ਖੁਸ਼ੀ ਵਾਸਤੇ, ਘਰ ਪਰਿਵਾਰ ਬਣਾਇਆ ਖੁਸ਼ੀ ਵਾਸਤੇ, ਨਵਾਂ ਮਕਾਨ ਕਾਰ ਆਦਿ ਖਰੀਦੀ ਖੁਸ਼ੀ ਵਾਸਤੇ, ਨੌਕਰੀ ਕਰ ਰਹੇ ਹਾਂ, ਪੈਸਾ ਕਮਾ ਰਹੇ ਹਾਂ ਕਿ ਸਾਡੀ ਜ਼ਿੰਦਗੀ ਦੇ ਅੰਦਰ ਖੁਸ਼ੀ ਪੈਦਾ ਹੋਵੇ। ਤੇ ਜੇ ਸਾਰੇ ਕਾਰਜ ਕਰਨ ਦੇ ਨਾਲ ਵੀ ਜ਼ਿੰਦਗੀ ਅੰਦਰ ਕਲਕਲ ਹੈ, ਕਲੇਸ਼ ਹੈ, ਵਿਵਾਦ ਹੈ, ਚਿੰਤਾ ਹੈ, ਫਿਕਰ ਹੈ, ਜੋ ਸੋਚ ਕੇ ਕਾਰਜ ਕੀਤਾ ਸੀ ਉਹ ਸੁੱਖ ਨਹੀਂ ਪੈਦਾ ਹੋਇਆ, ਤਾਂ ਫਿਰ ਕਾਰਜ ਰਾਸ ਨਾ ਆਇਆ। ਤਾਂ ਗੁਰੂ ਜੀ ਕਹਿੰਦੇ ਨੇ ਗੁਰੂ ਦੀ ਇਹ ਵੱਡੀ ਵਡਿਆਈ ਹੈ। ਜਦੋਂ ਅਸੀਂ ਗੁਰੂ ਦੇ ਦੱਸੇ ਰਾਹਾਂ 'ਤੇ ਤੁਰਦੇ ਹਾਂ ਨਾ, ਲਾ ਆਫ ਨੇਚਰ ਨੂੰ ਅਸੀਂ ਫੋਲੋ ਕਰਦੇ ਹਾਂ, ਗੁਰੂ ਗਿਆਨ ਮੁਤਾਬਕ ਜ਼ਿੰਦਗੀ ਜੀਂਦੇ ਹਾਂ, ਗੁਰੂ ਦੇ ਦਿੱਤੇ ਵੇ ਆਫ ਲਾਈਫ ਨੂੰ ਅਪਣਾ ਲੈਂਦੇ ਹਾਂ, ਤਾਂ ਸਾਡਾ ਕਾਰਜ ਜੀਵਨ ਦਾ ਰਾਸ ਆ ਜਾਂਦਾ ਹੈ, ਜੀਵਨ ਸਫਲ ਹੋ ਜਾਂਦਾ ਹੈ, ਜੀਵਨ ਅੰਦਰ ਸੁਖ ਸ਼ਾਂਤੀ ਮਿਲ ਜਾਂਦੀ ਹੈ, ਜੀਵਨ ਅੰਦਰ ਇਨਸਾਨੀਅਤ ਪੈਦਾ ਹੋ ਜਾਂਦੀ ਹੈ, ਔਰ ਸਾਨੂੰ ਜਿਹੜੇ ਨੇ ਸੁਖ ਸ਼ਾਂਤੀ ਆਰਾਮ, ਸੁਖ ਸ਼ਾਂਤੀ ਔਰ ਆਨੰਦ ਖੇੜਾ ਪ੍ਰਸੰਨਤਾ ਮਿਲ ਜਾਂਦਾ ਹੈ। ਜੋ ਗੁਰੂ ਦੇ ਦੱਸੇ ਰਾਹਾਂ 'ਤੇ ਤੁਰਦਾ ਹੈ, ਇਹ ਗੁਰੂ ਦੀ ਮਹਾਨ ਵੱਡੀ ਵਡਿਆਈ ਹੈ, ਇਹ ਗੁਰੂ ਦੀ ਮਹਾਨ ਅਚਰਜ ਸ਼ੋਭਾ ਹੈ। ਕਿਉਂਕਿ ਗੁਰੂ ਛੋਟਿਆਂ ਨੂੰ ਵੱਡੇ ਔਰ ਮਹਾਨ ਸੋਚ ਵਾਲੇ ਬਣਾ ਦਿੰਦਾ ਹੈ। ਲੋਹੋਂ ਹੋਇਓ ਲਾਲ ਨਦਰ ਸਤਿਗੁਰ ਜਦ ਧਾਰੈ, ਪਾਹਣ ਮਾਣਕ ਕਰੈ, ਗਿਆਨ ਗੁਰ ਕਹਿਓ ਵਿਚਾਰੈ, ਕਾਠੋਂ ਸਿਰਖੰਡ ਸਤਿਗੁਰ ਕੀਓ, ਦੁਖ ਦਰਿਦ੍ਰ ਤਿਨਕੇ ਗਏ, ਸਤਿਗੁਰੂ ਚਰਨ ਜਿਨ ਪਰਸਿਆ, ਸੇ ਪਸ਼ ਪ੍ਰੇਤ ਸੁਰ ਨਰ ਪੈ। ਉਹ ਮਹਾਨ ਹੋ ਜਾਂਦੇ ਨੇ, ਉਹਨਾਂ ਦੀ ਸੋਚ ਮਹਾਨ ਹੋ ਜਾਂਦੀ ਹੈ। ਇਸ ਤਰ੍ਹਾਂ ਇਹ ਜੀਵਨ ਦਾ ਕਾਰਜ ਰਾਸ ਆ ਜਾਂਦਾ ਹੈ। ਨਾਨਕ ਕੋ ਗੁਰ ਪੂਰਾ ਭੇਟਿਓ, ਸਗਲੇ ਦੂਖ ਬਿਨਾਸੇ। ਧੰਨ ਗੁਰੂ ਅਰਜਨ ਪਾਤਸ਼ਾਹ ਜੀ ਬਚਨ ਕਰਦੇ ਨੇ ਕਿ ਦਾਸ ਨਾਨਕ ਨੂੰ ਪੂਰਾ ਗੁਰੂ ਮਿਲਿਆ ਹੈ, ਜਿਸ ਕਰਕੇ ਮੇਰੀ ਜ਼ਿੰਦਗੀ ਦੇ ਸਾਰੇ ਦੁੱਖ ਖਤਮ ਹੋ ਗਏ ਨੇ। ਪੂਰਾ ਗੁਰੂ ਮਿਲਿਆ ਹੈ। ਪੂਰੇ ਗੁਰੂ ਦੇ ਮਿਲਣ ਦਾ ਮਤਲਬ ਕਿ ਮੈਂ ਗੁਰੂ ਦੇ ਚਰਨਾਂ ਦੀ ਸ਼ਰਨ ਵਿੱਚ ਆ ਕੇ ਤੇ ਆਪਣੇ ਮਨ ਦੀ ਮੱਤ ਤਿਆਗ ਦਿੱਤੀ ਹੈ। ਇਸ ਲਈ ਸਿੱਖ ਵਾਸਤੇ ਗੁਰਬਾਣੀ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਹੀ ਗੁਰੂ ਹੈ। ਬਾਣੀ ਗੁਰੂ, ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ, ਗੁਰ ਬਾਣੀ ਕਹੈ ਸੇਵਕ ਜਨ ਮਾਨੈ, ਪ੍ਰਤੱਖ ਗੁਰੂ ਨਿਸਤਾਰੇ। ਤਾਂ ਪੂਰੇ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਬਾਣੀ ਨੂੰ ਅਸੀਂ ਆਪ ਪੜ੍ਹੀਏ, ਗੁਰਬਾਣੀ ਦੀ ਵਿਚਾਰ ਅਸੀਂ ਖੁਦ ਕਰੀਏ, ਔਰ ਗੁਰਬਾਣੀ ਦੇ ਆਸ਼ੇ ਮੁਤਾਬਕ ਜ਼ਿੰਦਗੀ ਜੀਵੀਏ। ਯਾਨੀ ਜੋ ਵੇ ਆਫ ਲਾਈਫ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਾਨੂੰ ਦੇ ਰਹੇ ਨੇ, ਇਸ ਵੇ ਆਫ ਲਾਈਫ ਨੂੰ ਅਪਣਾਵੀਏ। ਤਾਂ ਜਿਹੜਾ ਵੀ ਇਸ ਜੀਵਨ ਸਿਧਾਂਤ ਨੂੰ ਅਪਣਾਏਗਾ, ਜਿਹੜਾ ਵੀ ਇਨਸਾਨ ਗੁਰਬਾਣੀ ਮੁਤਾਬਕ ਜ਼ਿੰਦਗੀ ਜੀਵੇਗਾ, ਉਹਦੇ ਦੁੱਖ ਆਟੋਮੈਟਿਕਲੀ ਖਤਮ ਹੋ ਜਾਣਗੇ।
ਦੁੱਖ ਕਿਉਂ ਖਤਮ ਹੋ ਜਾਣਗੇ? ਉਹਦਾ ਰੀਜ਼ਨ ਹੈ, ਕਾਰਨ ਹੈ, ਕਿਉਂਕਿ ਜੋ ਗੁਰਬਾਣੀ ਅਨੁਸਾਰ ਜ਼ਿੰਦਗੀ ਜੀਵੇਗਾ ਉਹ ਨਸ਼ਿਆਂ ਦਾ ਵੀ ਤਿਆਗ ਕਰੇਗਾ, ਉਹਦੇ ਅੰਦਰ ਝੂਠ ਪਾਪ ਫਰੇਬ ਵੀ ਨਹੀਂ ਹੋਏਗਾ, ਉਹ ਇਮਾਨਦਾਰੀ ਦੇ ਨਾਲ ਸੱਚੀ ਸੁੱਚੀ ਕਿਰਤ ਵੀ ਕਰੇਗਾ, ਉਹ ਉਦਮੀ ਹੋਵੇਗਾ, ਉਹ ਆਲਸ ਦਾ ਤਿਆਗ ਕਰੇਗਾ, ਵਿਕਾਰਾਂ ਦਾ ਤਿਆਗ ਕਰੇਗਾ, ਉਹਦੀ ਜ਼ਿੰਦਗੀ ਅੰਦਰ ਪਿਆਰ ਮੁਹੱਬਤ ਨਿਰਵੈਰਤਾ ਹੋਏਗੀ। ਇਸ ਤਰ੍ਹਾਂ ਜਦੋਂ ਉਦਮ ਕਰੇਗਾ, ਸੱਚ ਦੇ ਰਾਹ 'ਤੇ ਤੁਰੇਗਾ, ਪਿਆਰ ਮੁਹੱਬਤ ਉਹਦੇ ਜੀਵਨ ਵਿੱਚ ਹੋਵੇਗਾ, ਹਰ ਥਾਂ 'ਤੇ ਉਸ ਮਾਲਕ ਦਾ ਨੂਰ, ਉਹਦਾ ਜ਼ਹੂਰ, ਉਹਦੇ ਜਲਵੇ ਨੂੰ ਤੱਕੇਗਾ ਔਰ ਸੱਚੀ ਸੁੱਚੀ ਕਿਰਤ ਕਰੇਗਾ, ਤਾਂ ਉਸ ਬੰਦੇ ਦੀ ਜ਼ਿੰਦਗੀ 'ਚੋਂ ਦੁੱਖ ਮੁੱਕ ਜਾਣਗੇ, ਸੁੱਖ ਉਹਦੇ ਜੀਵਨ ਦਾ ਅੰਗ ਬਣ ਜਾਣਗੇ। ਗੁਰੂ ਪਾਤਸ਼ਾਹ ਜੀ ਰਹਿਮਤ ਕਰਨ, ਅਸੀਂ ਗੁਰਬਾਣੀ ਨੂੰ ਆਪ ਪੜ੍ਹੀਏ, ਗੁਰਬਾਣੀ ਨੂੰ ਵਿਚਾਰੀਏ ਔਰ ਗੁਰਬਾਣੀ ਮੁਤਾਬਕ ਜ਼ਿੰਦਗੀ ਜੀ ਕੇ ਆਪਣੇ ਜੀਵਨ ਨੂੰ ਸਫਲ ਕਰਨ ਦਾ ਯਤਨ ਕਰੀਏ। ਹੋਈਆਂ ਭੁੱਲਾਂ ਦੀ ਖਿਮਾ ਗੱਜ ਕੇ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।